ਜਦੋਂ ਮੈਂ ਜੇਲ੍ਹ ਵਿੱਚ ਰਿਹਾ ਉੱਥੇ ਮੈਂ ਡੇਢ ਦੋ ਦਿਨ ਤਾਂ ਮੈਂ ਸੁੱਤਾ ਰਿਹਾ, ਲੇਟਿਆ ਰਿਹਾ। ਮੈਨੂੰ ਸਮਝ ਨਹੀਂ ਆ ਰਹੀ ਸੀ ਮੈਂ ਕਰਨਾ ਕੀ ਹੈ। ਮੈਂ ਇੰਨਾ ਡਿਪਰੈਸਡ ਸੀਗਾ। ਡੇਢ ਕੁ ਦਿਨ ਬਾਅਦ ਮੈਨੂੰ ਇੱਕ ਆਵਾਜ਼ ਆਈ, ਉੱਥੇ ਕੋਈ ਬੰਦਾ ਸੀਗਾ, ਉਹ ਕਹਿੰਦਾ ਕਿ ਯਾਰ ਇਹ ਬੰਦੇ ਨੂੰ ਉਠਾਓ, ਇਹ ਜਿੰਦਾ ਹੈ ਕਿ ਇਹ ਲਾਸ਼ ਹੈ। ਮੈਂ ਵੀ ਅਲੱਗ ਜਿਹਾ ਰਹਿਣ ਲੱਗ ਗਿਆ। ਮੇਰੀ ਵੀ ਕਿਸੇ ਨਾਲ ਬੋਲਚਾਲ ਨਹੀਂ ਸੀ। ਮੈਂ ਸੁੱਤੇ ਰਹਿਣਾ ਦਿਨੇ 3-3 4-4 ਵਜੇ ਤੱਕ। ਮੇਰੀ ਕੋਈ ਐਡਮਿਸ਼ਨ ਨਹੀਂ ਹੋਈ ਕਿਤੇ, ਮੈਨੂੰ ਕੁਝ ਨਹੀਂ ਪਤਾ ਸੀ। ਮੇਰੇ ਤੇ ਕੇਸ ਚੱਲ ਰਿਹਾ ਸੀ। ਸਵੇਰੇ ਘਰੋਂ ਨਿਕਲਣਾ, ਬਜ਼ੁਰਗਾਂ ਨੂੰ ਕੋਈ ਪ੍ਰੋਬਲਮ ਹੋ ਜਾਣੀ, ਫਿਰ ਵੀ ਔਖੇ ਸੌਖੇ ਜਾ ਕੇ ਤੁਸੀਂ ਲੋਕਾਂ ਨੂੰ ਹਸਾਉਣਾ ਹੈ ਨਾ, ਕੁਛ ਨਾ ਕੁਛ ਪ੍ਰੋਬਲਮ ਹੋ ਜਾਣੀ। ਮੇਰੇ ਸਾਹਮਣੇ ਕੈਮਰਾ ਹੈ, ਮੈਂ ਹਸਾ ਰਿਹਾ, ਮੈਂ ਸ਼ੂਟ ਕਰ ਰਿਹਾ। ਸਡਨਲੀ ਫੋਨ ਆ ਜਾਣਾ ਕਿ ਮੇਰਾ ਜੀ ਨਹੀਂ ਕਰਦਾ ਸੀ ਬੋਲਣ ਦਾ। ਮੈਂ ਉਹਨਾਂ ਨੂੰ ਕਹਿਤਾ ਸੀ ਮੈਨੂੰ ਕੱਢ ਦਿਓ, ਮੇਰੇ ਤੋਂ ਹੋ ਹੀ ਨਹੀਂ ਰਿਹਾ, ਮੈਂ ਕਰ ਹੀ ਨਹੀਂ ਸਕਦਾ, ਮੇਰੇ ਹੱਥ ਜੁੜੇ, ਮੈਨੂੰ ਕੱਢ ਦਿਓ। ਮੈਂ ਰੋਜ਼ ਸੋਚਦਾ ਸੀ ਮੈਂ ਮਰ ਜਾਵਾਂ, ਕਿਸੇ ਤਰੀਕੇ ਮਰ ਜਾਵਾਂ, ਕੁਝ ਹੋ ਜਾਵੇ। ਮੈਂ ਇੱਕ ਦਿਨ ਗੱਡੀ ਠੋਕਣ ਦੀ ਕੋਸ਼ਿਸ਼ ਕੀਤੀ ਕਿ ਮਰ ਜਾਵਾਂ, ਗੱਡੀ ਠੁੱਕ ਜੇ ਮੇਰੀ। ਬਚਪਨ ਦੇ ਵਿੱਚ ਜਦੋਂ ਤੰਗ ਆ ਜਾਂਦੇ ਹੋ ਆਪਦੇ ਮਾਹੌਲ ਤੋਂ, ਤੁਸੀਂ ਉੱਥੋਂ ਨਿਕਲਣਾ ਚਾਹੁੰਦੇ ਹੋ ਕਿ ਹੈ ਨਾ ਬਹੁਤ ਹੋ ਗਿਆ, ਮੈਂ ਨਿਕਲ ਜਾਣਾ। ਮੈਂ ਨਿਕਲ ਜਾਂਦਾ ਸੀ, ਮੈਂ ਬਾਹਰ ਘੁੰਮਦਾ ਫਿਰਦਾ ਰਹਿੰਦਾ ਸੀ। ਘਰੇ ਮਤਲਬ ਘਰੋਂ ਨਿਕਲੇ ਕੋਈ ਗੱਲ ਹੋਣੀ, ਰੋਣਾ ਪਿੱਟਣਾ, ਉੱਥੋਂ ਨਿਕਲ ਜਾਣਾ ਅਤੇ ਬਾਹਰ ਜਾ ਕੇ ਆਪਣੀ ਜਿਹੜੀ ਹੈਪੀਨੈਸ ਹੈ ਉਹ ਸੀਕ ਕਰਨੀ, ਬਾਹਰ ਦੇਖਣਾ ਕਿ ਯਾਰ ਕਿੱਥੋਂ ਖੁਸ਼ੀ ਮਿਲੂਗੀ, ਕੀ ਹੋਊਗਾ। ਬਚਪਨ ਤੋਂ ਇਹ ਨਾ ਇੱਕ ਆਦਤ ਪੈ ਗਈ। ਹਾਈ ਗਾਇਜ਼, ਆਮ ਰਣਬੀਰ ਕਪੂਰ, ਐਕਚੁਅਲੀ ਵਿਸ਼ਾਲ ਕਪੂਰ। ਉਹ ਮੇਰੇ ਨਾਮ ਦੇ ਪਿੱਛੇ ਕਪੂਰ ਲੱਗਦਾ ਨਾ, ਤਾਂ ਮੈਨੂੰ ਐਂ ਲੱਗਦਾ ਸਾਰੇ ਕਪੂਰ ਅਮੀਰ ਹੀ ਹੁੰਦੇ ਆ। ਫਿਰ ਮੈਂ ਆਪਣੀ ਸ਼ਕਲ ਵੇਖ ਲੈਣਾ, ਫਿਰ ਮੈਨੂੰ ਰਿਅਲਾਈਜ਼ ਹੁੰਦਾ ਕਿ ਨਹੀਂ, ਕਪੂਰ ਗਰੀਬ ਵੀ ਹੁੰਦੇ ਆ। ਤੋ ਦਿਸ ਇਜ਼ ਮੀ, ਵਿਸ਼ਾਲ ਰਾਜ ਕਪੂਰ। ਪੇਰੈਂਟਸ ਦੇ ਆਪਸ 'ਚ ਬਹੁਤ ਉਲਝਣਾਂ ਰਹੀਆਂ, ਜਿਹਦੇ ਕਾਰਨ ਮੈਨੂੰ ਕਦੇ ਟਾਈਮ ਨਹੀਂ ਮਿਲਿਆ। ਮਾਂ-ਬਾਪ ਦਾ ਕਦੇ ਉਹ ਨਹੀਂ ਮਿਲਿਆ, ਅਟੈਂਸ਼ਨ ਨਹੀਂ ਮਿਲਿਆ, ਜਿਹੜੇ ਇੱਕ ਬ੍ਰਿੰਗਿੰਗ ਅਪ ਫੇਜ਼ ਦੇ ਵਿੱਚ ਬਹੁਤ ਜ਼ਰੂਰੀ ਹੁੰਦੀ ਹੈ ਬੱਚਿਆਂ ਨੂੰ। ਇੱਕ ਬੁਨਿਆਦ ਖੜੀ ਹੁੰਦੀ ਹੈ ਜਦੋਂ, ਉਹਨੂੰ ਸ਼ੇਪ ਅਪ ਕਰਨਾ ਬਹੁਤ ਜ਼ਰੂਰੀ ਹੁੰਦਾ ਕਿ ਬੱਚੇ ਆ ਠੀਕ ਹੈ, ਆਹ ਗਲਤ ਹੈ, ਤੂੰ ਸਹੀ ਹੈ, ਤੂੰ ਬਹੁਤ ਵਧੀਆ ਹੈ। ਮੋਰਲ ਸਪੋਰਟ ਕਦੇ ਵੀ ਨਹੀਂ ਮਿਲੀ ਲਾਈਫ ਦੇ ਵਿੱਚ। ਅਤੇ ਨਾ ਕਰਦੇ ਕਰਾਂਦੇ ਜੀ ਚਲੋ ਪਹੁੰਚ ਗਏ, ਨੋਨ ਮੈਡੀਕਲ ਲੈ ਲਿਆ। ਐਂ ਲੱਗਿਆ ਕਿ ਕੁਝ ਕਰ ਲਾਂਗੇ, ਨੌਕਰੀ 4-5 ਸਾਲ ਅਤੇ ਵਧੀਆ ਪੈਸਾ ਆ ਜਾਊਗਾ, ਫਿਰ ਕੁਝ ਵੱਡਾ ਕਰ ਲਾਂਗੇ। ਅਤੇ ਜਦੋਂ ਮੈਂ ਕਾਲਜ ਵਿੱਚ ਗਿਆ ਉਦੋਂ ਮੈਂ ਉੱਦਾਂ ਹੀ ਬਹੁਤ ਖੁਰਾਫਾਤੀ ਹੁੰਦਾ ਸੀਗਾ। ਹਾਂ, ਲਾਈਫ ਦੇ ਅਲੱਗ ਜਿਹੜੇ ਝੋਲ ਮੋਲ ਉਹ ਚੱਲ ਰਹੇ ਸੀ। ਤਾਂ ਕੀ ਹੋਇਆ ਕਿ ਜਦੋਂ ਕਾਲਜ ਵਿੱਚ ਮੈਂ ਐਂਟਰ ਕੀਤਾ, ਮੈਂ ਖੁਰਾਫਾਤੀ ਹੁੰਦਾ ਸੀ, ਗੰਦ ਪਾਣਾ, ਸਭ ਕਰਨਾ, ਓਕੇ ਰਿਪੋਰਟ, ਫਨ ਹੈ ਨਾ। ਉੱਥੋਂ ਦੀ ਮੈਂ ਜਾਨ ਬਣ ਗਿਆ। ਮੈਂ ਜਿੱਥੇ ਜਾਂਦਾ, ਜਿਹੜੀ ਮਹਿਫਿਲ 'ਚ ਜਾਂਦਾ, ਉੱਥੋਂ ਦੀ ਮੈਂ ਜਾਨ ਬਣ ਜਾਂਦਾ। ਇਹੋ ਜਿਹਾ ਮੇਰਾ ਔਰਾ ਹਮੇਸ਼ਾ ਤੋਂ ਰਿਹਾ ਹੈ। ਅਤੇ ਉਸ ਤੋਂ ਬਾਅਦ ਕੀ ਹੋਇਆ ਕਿ ਕਾਲਜ ਤੋਂ ਬਾਅਦ ਇੱਕਦਮ ਰਿਐਲਿਟੀ ਚੈੱਕ ਮਿਲਿਆ, ਸਮਝ ਨਹੀਂ ਆਇਆ ਕਰਨਾ ਕੀ ਹੈ। ਐਵਰੀਵਨ ਹੈਡ ਪਲਾਨਸ, ਐਵਰੀਵਨ ਨਿਊ ਵਾਟ ਟੂ ਡੂ ਇਨ ਦੇਅਰ ਲਾਈਫ। ਮੈਨੂੰ ਨਹੀਂ ਪਤਾ ਸੀ। ਅਤੇ ਹੌਲੀ ਹੌਲੀ ਕੀ ਹੋਇਆ ਕਿ ਮੈਂ ਕਿਤੇ ਬਾਹਰ ਚਲਾ ਗਿਆ, ਦਿੱਲੀ, ਬੰਬੇ ਮੈਂ ਗਿਆ। ਮੈਂ ਕਾਲਜ ਦੇ ਦਿੱਤੇ, ਇੱਕ ਅੱਧੇ ਕਾਲਜ ਮੇਰੀ ਹੋ ਵੀ ਗਈ, ਇੱਕ ਜਗ੍ਹਾ ਮੈਂ ਸਿਲੈਕਟ ਵੀ ਹੋ ਗਿਆ, ਬੰਬੇ ਮੇਰੀ ਰੇਡੀਓ ਦੇ ਵਿੱਚ ਐਡਮਿਸ਼ਨ ਹੋ ਗਈ। ਪਰ ਉਹ ਕਹਿੰਦੇ ਤੂੰ ਇੱਥੇ ਕੀ ਕਰੇਂਗਾ, ਤੂੰ ਆਪਦੇ ਸ਼ਹਿਰ ਵਿੱਚ ਜਾ, ਉੱਥੇ ਰੇਡੀਓ ਕਰ। ਅਤੇ ਮੈਂ ਇੰਨਾ ਕੁ ਵਲਨਰੇਬਲ ਸੀ, ਇੰਨਾ ਕੁ ਮੈਂ ਬੁਰੇ ਹਾਲ 'ਚ ਸੀਗਾ, ਕਿਉਂਕਿ ਮੈਂ ਘਰੋਂ ਪਹਿਲੀ ਵਾਰੀ ਨਿਕਲਿਆ ਸੀ। ਲੋਕਲ ਟ੍ਰੇਨ ਦੇ ਵਿੱਚ ਮੈਂ ਨਹੀਂ ਗਿਆ, ਮੈਨੂੰ 150 ਬੰਦਾ ਅੰਦਰ ਲੈ ਗਿਆ। ਅਤੇ ਉਹਨਾਂ ਦੀ ਗੱਲ ਮੈਂ ਮੰਨ ਲਈ। ਮੈਂ ਕਿਹਾ ਹਾਂਜੀ ਤੁਸੀਂ ਸਹੀ ਕਹਿ ਰਹੇ ਹੋ ਜੀ, ਮੈਂ ਆਪਦੇ ਘਰ ਹੀ ਚੱਲ ਜਾਣਾ। ਮੈਂ ਉੱਥੋਂ ਘਰੇ ਆ ਗਿਆ। ਫਿਰ ਮੈਨੂੰ ਮੇਰੇ ਭਰਾ ਨੇ ਕਿਹਾ ਤੂੰ ਕਿੱਡੀ ਵੱਡੀ ਓਪਰਚੁਨਿਟੀ ਮਿਸ ਕਰਤੀ, ਤੂੰ ਬੰਬੇ 'ਚ ਰਹਿੰਦਾ, ਐਂ ਕਰਦਾ, ਉਹ ਕਰਦਾ। ਫਿਰ ਮੈਂ ਦਿੱਲੀ ਗਿਆ, ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਸੋਚਿਆ ਕਿ ਨਹੀਂ ਯਾਰ, ਆਪਣੇ ਘਰ ਹੀ ਕੰਮ ਕਰ ਲੈਂਦੇ ਹਾਂ, ਘਰਦਿਆਂ ਦੇ ਨਾਲ ਕਰ ਲੈਂਦੇ ਹਾਂ, ਉੱਥੇ ਹੀ ਕੁਝ ਗਰੋ ਕਰ ਲਾਂਗੇ ਲਾਈਫ ਦੇ ਵਿੱਚ। ਉਹ ਦੇਖਿਆ ਹੀ ਨਹੀਂ ਸੀ ਕਦੇ ਇੱਕਦਮ ਬਾਹਰ ਨਿਕਲਣਾ ਘਰੋਂ। ਫਿਰ ਕੀ ਹੋਇਆ ਕਿ ਚਲੋ ਇੱਕ ਜਗ੍ਹਾ ਮੇਰੀ ਐਡਮਿਸ਼ਨ ਹੋ ਗਈ ਯੂਨੀਵਰਸਿਟੀ ਦੇ ਵਿੱਚ। ਉੱਥੋਂ ਮੈਂ ਥੋੜ੍ਹਾ ਥੀਏਟਰ ਕੀਤਾ, ਥੀਏਟਰ ਨੇ ਮੈਨੂੰ ਬਹੁਤ ਹੈਲਪ ਕੀਤੀ। ਉਸ ਤੋਂ ਬਾਅਦ ਇੱਕ ਵਾਰੀ ਕੀ ਹੋਇਆ ਕਿ ਫਿਰ ਤੋਂ ਮਤਲਬ ਲਾਈਫ 'ਚ ਜਿਹੜੀ ਅੱਡ ਤੋਂ ਪ੍ਰੋਬਲਮਸ ਚੱਲ ਰਹੀਆਂ, ਉਹ ਤਾਂ ਚੱਲ ਹੀ ਰਹੀਆਂ ਸਾਈਮਲਟੇਨੀਅਸਲੀ। ਫੈਮਿਲੀ, ਪਾਪਾ, ਮੰਮੀ, ਬ੍ਰਦਰ, ਫਾਈਟਸ ਹੁੰਦੀਆਂ ਜਿਹੜੀ ਡੇਲੀ ਲਾਈਫ ਤੋਂ ਮੈਂ ਖੁਦ ਹੀ ਲੜਦਾ ਰਿਹਾ, ਕਿਉਂਕਿ ਸਭ ਤੋਂ ਵੱਡੀ ਸਪੋਰਟ ਤੁਹਾਡੀ ਫੈਮਿਲੀ ਹੁੰਦੀ ਹੈ। ਉਹ ਕਦੇ ਲੱਗਿਆ ਨਹੀਂ ਕਿ ਹਮੇਸ਼ਾ ਨਾਲ ਹੈ। ਫਿਰ ਕੀ ਹੋਇਆ ਕਿ ਕਾਲਜ ਤੋਂ ਯੂਨੀਵਰਸਿਟੀ ਤੋਂ ਬਾਅਦ ਨਾ ਇੱਕ ਕੋਈ ਇੰਸੀਡੈਂਟ ਹੋ ਗਿਆ, ਬੱਚੇ ਅਰੈਸਟ ਹੋ ਗਏ। ਉਹਨਾਂ ਬੱਚਿਆਂ 'ਚ ਮੈਂ ਵੀ ਜ਼ਬਰਦਸਤੀ ਅਰੈਸਟ ਹੋ ਗਿਆ। ਅਤੇ ਉਹ ਵੀ ਇੱਕ ਬਹੁਤ ਸੈਡ ਟਾਈਮ ਸੀਗਾ। ਮੈਂ 6 ਦਿਨ ਜੇਲ੍ਹ ਵਿੱਚ ਰਿਹਾ। ਅਤੇ ਜਦੋਂ ਮੈਂ ਜੇਲ੍ਹ ਵਿੱਚ ਰਿਹਾ ਉੱਥੇ ਮੈਂ ਡੇਢ ਦੋ ਦਿਨ ਤਾਂ ਮੈਂ ਸੁੱਤਾ ਰਿਹਾ, ਲੇਟਿਆ ਰਿਹਾ। ਮੈਨੂੰ ਸਮਝ ਨਹੀਂ ਆ ਰਹੀ ਸੀ ਮੈਂ ਕਰਨਾ ਕੀ ਹੈ। ਮੈਂ ਇੰਨਾ ਡਿਪਰੈਸਡ ਸੀਗਾ। ਡੇਢ ਕੁ ਦਿਨ ਬਾਅਦ ਮੈਨੂੰ ਇੱਕ ਆਵਾਜ਼ ਆਈ, ਉੱਥੇ ਕੋਈ ਬੰਦਾ ਸੀਗਾ, ਉਹ ਕਹਿੰਦਾ ਕਿ ਯਾਰ ਇਹ ਬੰਦੇ ਨੂੰ ਉਠਾਓ, ਇਹ ਜਿੰਦਾ ਹੈ ਕਿ ਇਹ ਲਾਸ਼ ਹੈ। ਫਿਰ ਮੈਂ ਉੱਠਿਆ ਕਿ ਨਹੀਂ ਭਾਅ ਜੀ ਮੈਂ ਜਿਉਂਦਾ। ਫਿਰ ਮੈਂ ਉੱਠਿਆ, ਮੈਂ ਕਿਸੇ ਦੀ ਬਾਲਟੀ ਲਿੱਤੀ, ਕਿਸੇ ਦਾ ਮੱਗਾ ਲਿੱਤਾ, ਕਿਸੇ ਤੋਂ ਸਾਬਣ ਲਿੱਤਾ, ਮੈਂ ਨਹਾਉਣ ਗਿਆ। ਮੈਂ ਜੇਲ੍ਹ ਦੀ ਲਾਈਫ ਦੇਖੀ ਅਤੇ ਮੈਂ ਉਹਦੇ 'ਚ ਦੇਖਿਆ ਕਿ ਜੇਲ੍ਹ 'ਚ ਬਹੁਤ ਇਹੋ ਜਿਹੇ ਲੋਕ ਨੇ ਜਿਨ੍ਹਾਂ ਦਾ ਕੋਈ ਰੋਲ ਨਹੀਂ ਸੀਗਾ ਕਿਸੇ ਇੰਸੀਡੈਂਟ ਦੇ ਵਿੱਚ। ਮੇਰਾ ਵੀ ਨਹੀਂ ਸੀਗਾ। ਜਿਵੇਂ ਹੋਰ ਕਾਫੀ ਬੱਚੇ ਸੀਗੇ ਜਿਨ੍ਹਾਂ ਦਾ ਨਹੀਂ ਸੀਗਾ, ਉਹ ਐਂ ਹੀ ਆਏ ਹੋਏ ਨੇ। ਕਿਸੇ ਦੀ ਗਰਲਫ੍ਰੈਂਡ ਨੇ ਕਿਸੇ ਨੂੰ ਫਸਾਤਾ, ਕੋਈ ਉਹੀ ਫਸ ਗਿਆ, ਆਪਦੇ ਦੋਸਤ ਦਾ ਸਾਥ ਦੇ ਰਿਹਾ ਸੀ ਕਿਸੇ ਮਾੜੇ ਕੰਮ 'ਚ, ਪੁਲਿਸ ਨੇ ਪਕੜ ਲਿਆ। ਇਹੋ ਜਿਹੇ ਬਹੁਤ ਸਾਰੇ ਲੋਕ ਨੇ ਜਿਹੜੇ ਫੜੇ ਗਏ। ਅਤੇ ਜੇਲ੍ਹ 'ਚ ਟੈਲੈਂਟ ਵੀ ਬਹੁਤ ਹੈ। ਵਨ ਆਫ ਯੂਅਰ ਬਿਗੇਸਟ ਲੈਸਨਸ ਆਫ ਲਾਈਫ ਆਰ ਲਰਨਡ ਫਰੋਮ ਜੇਲ੍ਹ ਐਂਡ ਹੋਸਟਲ। ਜਦੋਂ ਮੈਂ ਜੇਲ੍ਹ ਗਿਆ, ਜੇਲ੍ਹ ਮੈਂ 6 ਕੁ ਦਿਨ ਰਿਹਾ। ਦੂਜੇ ਤੀਜੇ ਦਿਨ ਮੇਰੇ ਪੇਰੈਂਟਸ ਮੈਨੂੰ ਮਿਲਣ ਆਏ। ਉਹਨਾਂ ਦੇ ਅੱਖਾਂ 'ਚ ਆਂਸੂ ਸੀਗੇ। ਉਹਨਾਂ ਨੇ ਹਮੇਸ਼ਾ ਮੈਨੂੰ ਫਰੀ ਦੇਖਿਆ ਹੈ ਨਾ, ਕਦੇ ਮੈਂ ਉਹਨਾਂ ਦੀ ਗੱਲ ਨਹੀਂ ਸੁਣੀ, ਕਿਉਂਕਿ ਪੇਰੈਂਟਸ ਦੀ ਗੱਲ ਸੁਣਨ ਵਾਸਤੇ ਵੀ ਕਾਬੂ 'ਚ ਰੱਖਣਾ ਜ਼ਰੂਰੀ ਹੈ। ਪਰ ਪੇਰੈਂਟਸ ਆਪਦੇ 'ਚ ਹੀ ਇੰਨੇ ਉਲਝੇ ਹੋਏ ਸੀਗੇ ਕਿ ਮੈਨੂੰ ਕਾਬੂ 'ਚ ਕਿੱਥੋਂ ਕਰਦੇ। ਉਹ ਹੋਲਡ ਰੱਖਣਾ ਪੈਂਦਾ ਆਪਦੇ ਬੱਚੇ 'ਤੇ, ਉਹ ਹੱਕ ਜਮਾਉਣਾ ਪੈਂਦਾ। ਉਹ ਕਦੇ ਸ਼ੁਰੂ ਤੋਂ ਕਿਸੇ ਨੇ ਜਮਾਇਆ ਹੀ ਨਹੀਂ। ਅਤੇ ਇਸ ਕਰਕੇ ਮੈਂ ਆਪਦੀ ਜ਼ਿੰਦਗੀ ਜਿਉਂਦਾ ਰਿਹਾ। ਪਰ ਉਹਨਾਂ ਨੇ ਮੈਨੂੰ ਬੰਨਿਆ ਦੇਖਿਆ, ਉਹਨਾਂ ਨੇ ਦੇਖਿਆ ਇਹ ਤਾਂ ਫਸਿਆ ਪਿਆ, ਇਹ ਕਿਵੇਂ। ਉਹ ਦੇਖ ਕੇ ਰੋਣ ਲੱਗ ਗਏ। ਉਹ ਕਹਿੰਦੇ ਕਿ ਸਾਡਾ ਬੱਚਾ ਜਿਹੜਾ ਹਮੇਸ਼ਾ ਪਰਿੰਦਿਆਂ ਵਾਂਗੂ ਜਿਉਂਦਾ ਰਿਹਾ, ਉਹਨੂੰ ਬੰਨ੍ਹ ਕੇ ਰੱਖ ਲਿਆ ਕਿਸੇ ਨੇ। ਮੈਂ ਪਹਿਲੀ ਵਾਰ ਆਪਦੇ ਫਾਦਰ ਨੂੰ ਉਸ ਦਿਨ ਰੋਂਦਾ ਦੇਖਿਆ। ਅਤੇ ਉਸ ਤੋਂ ਬਾਅਦ ਜਦੋਂ ਉੱਥੋਂ ਨਿਕਲੇ, ਫਿਰ ਇੱਕ ਉਹ ਟਾਈਮ ਸੀਗਾ ਤੁਹਾਡੇ 'ਤੇ ਜਦੋਂ ਕੇਸ ਹੁੰਦਾ ਇੱਕ,
ਤੁਸੀਂ ਉਹ ਕਹਿੰਦੇ ਆ ਨਾ ਕੋਰਟ ਕਚਹਿਰੀ ਦੇ ਮਸਲੇ ਤੇ ਹਸਪਤਾਲ ਦੇ ਮਸਲੇ ਕਦੇ ਨਹੀਂ ਪੈਣੇ ਚਾਹੀਦੇ। ਉਹ ਸੱਚੀ ਗੱਲ ਹੈ। ਉਹ ਜਦੋਂ ਪਿਆ ਉਸ ਤੋਂ ਬਾਅਦ 1 ਸਾਲ ਵੇਸਟ ਗਿਆ। ਉਸ ਤੋਂ ਬਾਅਦ ਐਂ ਵੀ ਹੋ ਗਿਆ, ਮਾਈ ਪੇਰੈਂਟਸ ਗॉट ਸੈਪਰੇਟਡ ਫॉर ਅ ਵਾਈਲ। ਮਤਲਬ ਮੈਨੂੰ ਆਪ ਨਹੀਂ ਸਮਝ ਆ ਰਿਹਾ ਸੀ ਮੈਂ ਕਰਨਾ ਕੀ ਹੈ, ਕਿੱਥੇ ਰਹਿਣਾ ਹੈ, ਕਿਹਨੂੰ ਦੇਖਣਾ ਹੈ, ਆਪ ਨੂੰ ਦੇਖਣਾ ਕਿ ਇੱਧਰ ਦੇਖਣਾ। ਫਿਰ ਕੀ ਹੋਇਆ ਕਿ ਜਦੋਂ ਉਹ ਸੈਪਰੇਟ ਹੋਏ ਮੈਂ ਵੀ ਅਲੱਗ ਜਿਹਾ ਰਹਿਣ ਲੱਗ ਗਿਆ। ਮੇਰੀ ਵੀ ਕਿਸੇ ਨਾਲ ਬੋਲਚਾਲ ਨਹੀਂ ਸੀ। ਮੈਂ ਸੁੱਤੇ ਰਹਿਣਾ ਦਿਨੇ 3-3 4-4 ਵਜੇ ਤੱਕ। ਮੇਰੀ ਕੋਈ ਐਡਮਿਸ਼ਨ ਨਹੀਂ ਹੋਈ ਕਿਤੇ, ਮੈਨੂੰ ਕੁਝ ਨਹੀਂ ਪਤਾ ਸੀ, ਮੇਰੇ 'ਤੇ ਕੇਸ ਚੱਲ ਰਿਹਾ ਸੀ। ਅਤੇ ਜਦੋਂ ਮੇਰੇ ਫਾਦਰ ਨੇ ਸ਼ਾਮੀ ਆਫਿਸ ਤੋਂ ਆਉਣਾ, ਮੈਂ ਫਟਾਫਟ ਨਿਕਲ ਜਾਣਾ ਤਾਂ ਕਿ ਮੈਂ ਉਹਨੂੰ ਸ਼ਕਲ ਨਾ ਦਿਖਾਵਾਂ, ਉਹਨੂੰ ਐਂ ਨਾ ਲੱਗੇ ਵਿਹਲਾ। 1 ਸਾਲ ਐਂ ਹੀ ਕੱਟ ਗਿਆ ਮੈਂ, ਔਖੇ ਸੌਖੇ ਕੱਟ ਲਿਆ। ਮੈਨੂੰ ਸਮਝ ਨਹੀਂ ਆ ਰਹੀ ਸੀ, ਉਹੀ ਉਲਝੇ ਹੈ ਜ਼ਿੰਦਗੀ ਮੇਂ, ਉਲਝੇ ਰਹੇ ਹਮੇਸ਼ਾ। ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਫਿਰ ਥੋੜ੍ਹਾ ਥੀਏਟਰ ਕੀਤਾ, ਥੀਏਟਰ ਨੇ ਥੋੜ੍ਹੀ ਜਾਨ ਪਾਈ। ਫਿਰ ਉਹ ਹਾਲਾਤਾਂ 'ਚੋਂ ਨਿਕਲੇ ਕਿ ਫੈਮਿਲੀ ਨਾਲ ਵੀ ਲੜ ਰਹੇ ਹਾਂ, ਖੁਦ ਨਾਲ ਵੀ ਲੜ ਰਹੇ ਹਾਂ, ਕੇਸ ਹੋਇਆ ਉਹਦੇ ਤੋਂ ਵੀ ਲੜ ਰਹੇ ਹਾਂ, ਅਤੇ ਹੋਰ ਜਿਹੜੀ ਮੁਸ਼ਕਿਲਾਂ ਉਹਨਾਂ ਤੋਂ ਵੀ ਲੜ ਰਹੇ ਹਾਂ। ਅਤੇ ਇੱਕ ਬ੍ਰੇਕ ਪੁਆਇੰਟ ਚਾਹੀਦਾ ਹੁੰਦਾ ਕਿ ਕਰੀਏ ਕੀ, ਕਿੱਥੇ ਜਾਈਏ। ਫਿਰ ਮੈਂ ਥੀਏਟਰ ਕੀਤਾ। ਉਸ ਤੋਂ ਬਾਅਦ ਮੈਂ ਇੱਕ ਕਾਲਜ ਦੀ ਐਡਮਿਸ਼ਨ ਦਿੱਤੀ ਐਕਟਿੰਗ ਸਕੂਲ ਦੇ ਵਿੱਚ। ਉਹਦਾ ਮੇਰਾ ਫਸਟ ਰਾਊਂਡ ਹੋ ਗਿਆ। ਸੈਕਿੰਡ ਰਾਊਂਡ ਜਦੋਂ ਮੈਂ ਜਾਣ ਲੱਗਾ ਸੀ, ਮੇਰੇ ਇੱਥੇ ਕਿਸੇ ਟੀਵੀ ਚੈਨਲ ਦੇ ਵਿੱਚ ਹੋ ਗਈ। ਉਹਨਾਂ ਨੇ ਮੈਨੂੰ ਸਿਲੈਕਟ ਕਰ ਰਿਹਾ ਕਿ ਯਾਰ ਸਹੀ ਹੈ, ਤੁਸੀਂ ਟੀਵੀ ਚੈਨਲ ਦੇ ਵਿੱਚ ਕੰਮ ਕਰੋ। ਮੈਂ ਉੱਥੇ ਕੰਮ ਕੀਤਾ। ਉਹ ਸਟਰਗਲਸ ਵੀ ਬਹੁਤ ਅਲੱਗ ਸੀ, ਘੱਟ ਪੈਸਿਆਂ ਦੇ ਵਿੱਚ ਕੰਮ ਕਰਨਾ, ਦੂਰੋਂ ਆਉਣਾ, ਹੈ ਨਾ। ਉਹ ਮੀਨਵਾਈਲ ਕੀ ਹੋਇਆ, ਜਦੋਂ ਮੇਰੇ ਪਾਪਾ ਨਾਲ ਮੈਂ ਰਹਿੰਦਾ ਹੁੰਦਾ ਸੀਗਾ, ਮੇਰੇ ਦਾਦਾ ਦਾਦੀ ਬਜ਼ੁਰਗ ਉਹ ਰਹਿੰਦੇ ਸੀ ਪੰਜਾਬ, ਉਹਨਾਂ ਨੂੰ ਕੋਈ ਸਾਂਭਣ ਵਾਲਾ ਨਹੀਂ ਸੀਗਾ, ਉਹ ਰੋਂਦੇ ਸੀ, ਸਾਨੂੰ ਕੋਈ ਦੇਖਣ ਵਾਲਾ ਨਹੀਂ ਹੈਗਾ। ਅਤੇ ਜਦੋਂ ਇੱਧਰ ਆਏ, ਉਹਨਾਂ ਨੂੰ ਮੈਂ ਕਿਸੇ ਤਰ੍ਹਾਂ ਮੈਂ ਕਿਹਾ ਕਿ ਇਹਨਾਂ ਨੂੰ ਲੈ ਕੇ ਆਓ, ਫਾਦਰ ਸਾਹਿਬ ਲੈ ਕੇ ਆਓ, ਉਹਨਾਂ ਨੂੰ ਲੈ ਕੇ ਆਏ। ਫਿਰ ਉਹਨਾਂ ਦਾ ਮੈਂ ਧਿਆਨ ਰੱਖਦਾ ਸੀ ਕਿਉਂਕਿ ਮੇਰੇ ਫਾਦਰ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ, ਉਹ ਸਾਰੇ ਆਪਦੀ ਜ਼ਿੰਦਗੀ 'ਚ ਉਲਝੇ ਹੋਏ ਸੀ, ਕੋਈ ਕਿਸੇ ਨੂੰ ਦੇਖਦਾ ਹੀ ਨਹੀਂ ਸੀ। ਅਤੇ ਜਦੋਂ ਮੈਂ ਆਪਦੇ ਗ੍ਰੈਂਡ ਪੇਰੈਂਟਸ ਮੇਰੇ ਇੱਥੇ ਆਏ, ਮੈਂ ਥੋੜ੍ਹਾ ਉਹਨਾਂ ਦਾ ਧਿਆਨ ਰੱਖਣਾ ਸ਼ੁਰੂ ਕੀਤਾ। ਮੈਨੂੰ ਐਂ ਵੀ ਲੱਗਿਆ ਕਿ ਯਾਰ ਇੱਕ ਵਧੀਆ ਚੀਜ਼ ਹੈ, ਘਰੇ 2 ਫੁੱਲ ਦੇ ਬੂਟੇ ਆ ਗਏ ਨੇ। ਫਿਰ ਮੈਂ ਜਦੋਂ ਟੀਵੀ ਚੈਨਲ 'ਤੇ ਕੰਮ ਕਰਨਾ ਸ਼ੁਰੂ ਕੀਤਾ, ਮੈਂ ਸ਼ੂਟ ਕਰਦਾ ਸੀ। ਬਹੁਤ ਸਾਰੀ ਇਹੋ ਜਿਹੇ ਇੰਸੀਡੈਂਟਸ ਹੁੰਦੇ ਸੀ, ਸਵੇਰੇ ਘਰੋਂ ਨਿਕਲਣਾ, ਬਜ਼ੁਰਗਾਂ ਨੂੰ ਕੋਈ ਪ੍ਰੋਬਲਮ ਹੋ ਜਾਣੀ, ਫਿਰ ਵੀ ਔਖੇ ਸੌਖੇ ਜਾ ਕੇ ਤੁਸੀਂ ਲੋਕਾਂ ਨੂੰ ਹਸਾਉਣਾ, ਹੈ ਨਾ। ਕੁਛ ਨਾ ਕੁਛ ਪ੍ਰੋਬਲਮ ਹੋ ਜਾਣੀ, ਮੇਰੇ ਸਾਹਮਣੇ ਕੈਮਰਾ ਹੈ, ਮੈਂ ਹਸਾ ਰਿਹਾ, ਮੈਂ ਸ਼ੂਟ ਕਰ ਰਿਹਾ, ਸਡਨਲੀ ਫੋਨ ਆ ਜਾਣਾ ਕਿ ਹਾਰਟ ਦੀ ਕੋਈ ਪ੍ਰੋਬਲਮ ਹੋ ਗਈ, ਫਟਾਫਟ ਘਰੇ ਆ ਜਾਓ। ਹੁਣ ਘਰੇ ਇੰਨੀ ਦੂਰ ਕਿਵੇਂ ਭੱਜਣਾ, ਕੋਈ ਲਿਜਾਣ ਵਾਲਾ ਨਹੀਂ, ਕੋਈ ਕੁਛ ਕਰਨ ਵਾਲਾ ਨਹੀਂ, ਕੋਈ ਦੇਖਣ ਵਾਲਾ ਨਹੀਂ। ਅਤੇ ਉਹ ਟਾਈਮ ਵੀ ਦੇਖਿਆ ਕਿ ਕੈਮਰਾ ਮੇਰੇ ਸਾਹਮਣੇ ਹੈ, ਮੈਂ ਹਸਾ ਰਿਹਾ ਅਤੇ ਇੱਕਦਮ ਦਿਲ ਇੰਨਾ ਧੜਕ ਰਿਹਾ, ਜਾਨ ਨਿਕਲਦੀ ਜਾ ਰਹੀ ਹੈ, ਹੌਲ ਪੈ ਰਹੇ ਨੇ। ਇਹ ਨਹੀਂ ਪਤਾ ਕਿ ਅੱਗੇ ਕਿਸੇ ਨੂੰ ਕੁਛ ਹੋ ਜਾਏ, ਕੋਈ ਧਿਆਨ ਰੱਖਣ ਵਾਲਾ ਨਹੀਂ। ਬੇਸਿਕਲੀ ਇੱਕ ਗਰੋਇੰਗ ਉਮਰ 'ਚ ਜਿੱਥੇ ਐਂ ਲੱਗਿਆ ਕਿ ਨੰਨੀ ਜੀ ਜਾਨ 'ਤੇ ਨਾ ਜ਼ਿੰਮੇਵਾਰੀ ਜੀ ਆ ਗਈ, ਪਤਾ ਹੀ ਨਹੀਂ ਕਰਨਾ ਕੀ ਹੈ। ਕਿਉਂਕਿ ਸ਼ਾਇਦ ਐਂ ਲੱਗ ਰਿਹਾ ਸੀ ਜ਼ਿੰਮੇਵਾਰੀਆਂ ਸਾਰੀਆਂ ਆ ਗਈਆਂ, ਕੋਈ ਸੰਭਾਲ ਹੋਰ ਨਹੀਂ ਰਿਹਾ, ਇਕੱਲੇ 'ਤੇ ਆ ਗਈ, ਹੈ ਨਾ। ਫਿਰ ਐਂ ਹੋਇਆ ਕਿ ਸ਼ੂਟ ਕਰਦਾ ਦੇਖਣਾ, ਔਖੇ ਸੌਖੇ ਧਿਆਨ ਉੱਧਰ ਹੋਣਾ, ਨਾ ਸ਼ੂਟ ਹੋਣਾ ਨਾ ਉੱਧਰ ਹੋਣਾ, ਬਟ ਔਖੇ ਸੌਖੇ ਕਰਨਾ। ਬਿਕੋਜ਼ ਸਾਡੀ ਲਾਈਨ 'ਚ ਐਂ ਕਹਿੰਦੇ ਨਹੀਂ ਕਿ ਦ ਸ਼ੋਅ ਮਸਟ ਗੋ ਔਨ, ਤਾਂ ਸ਼ੋਅ ਚੱਲ ਰਿਹਾ ਸੀ ਔਖੇ ਸੌਖੇ। ਮਤਲਬ ਫਿਰ ਮੈਂ ਉਹ ਦਿਨ ਵੀ ਦੇਖੇ ਕਿ ਹੌਸਪੀਟਲ ਤੋਂ ਆਉਣਾ ਤਾਂ ਕੈਮਰੇ ਦੇ ਮੂਹਰੇ ਐਂ ਦਿਖਾਉਣਾ ਕਿ ਤੁਸੀਂ ਬਹੁਤ ਖੁਸ਼ ਹੋ, ਤੁਸੀਂ ਤਾਂ ਹਸਾ ਰਹੇ ਹੋ ਲੋਕਾਂ ਨੂੰ, ਪਰ ਇਹ ਨਹੀਂ ਪਤਾ ਕਿ ਤੁਹਾਡੇ ਕਿੰਨੇ ਲੱਗੇ ਹੋਏ, ਤੁਹਾਡਾ ਕਿੰਨਾ ਬੁਰਾ ਹਾਲ ਹੈ ਨਾ। ਤੁਹਾਡੇ ਤੋਂ ਖੁਦ ਤੋਂ ਨਹੀਂ ਉੱਠਿਆ ਜਾ ਰਿਹਾ ਲਾਈਫ ਦੇ ਵਿੱਚ, ਤੁਸੀਂ ਦੂਜਿਆਂ ਨੂੰ ਚੱਕ ਰਹੇ ਹੋ। ਉਹ ਸਟੋਰੀ ਕਿਸੇ ਨੂੰ ਨਹੀਂ ਪਤਾ ਹੁੰਦੀ। ਫਿਰ ਐਂ ਹੋਇਆ ਕਿ ਟੀਵੀ 'ਤੇ ਥੋੜ੍ਹਾ ਬਹੁਤ ਠੀਕ ਸੀਗਾ, ਮੈਨੂੰ ਐਂ ਲੱਗਿਆ ਕਿ ਠੀਕ ਹੈ, ਮੈਂ ਕੁਝ ਕੰਮ ਕਰ ਰਿਹਾ, ਐਟਲੀਸਟ ਇਟ ਇਜ਼ ਓਕੇ ਥਿੰਗ। ਫਿਰ ਪੈਂਡੇਮਿਕ ਆ ਗਿਆ। ਪੈਂਡੇਮਿਕ ਦੇ ਵਿੱਚ ਉੱਧਰ ਟੀਵੀ ਚੈਨਲ ਜਿਹਾ ਨਹੀਂ ਚੱਲਿਆ। ਉਹਨਾਂ ਨੇ ਕਿਹਾ ਕਿ ਟਾਟਾ ਬਾਏ ਬਾਏ, ਤੁਸੀਂ ਆਪਦਾ ਦੇਖ ਲਓ ਜੀ, ਹੁਣ ਫਿਰ ਕਰੀਅਰ ਕ੍ਰਾਈਸਿਸ ਕਰਨਾ ਕੀ ਹੈ ਲਾਈਫ ਦੇ ਵਿੱਚ। ਫਿਰ ਨਾ 1-1.5 ਸਾਲ 2 ਸਾਲ ਵੇਲੇ ਜਦੋਂ ਰਹੇ, ਉਦੋਂ ਵੀ ਮੈਂ ਆਪਣੇ ਦਾਦਾ ਦਾਦੀ ਨਾਲ ਰਿਹਾ। ਫਿਰ ਮੇਰੇ ਦਾਦਾ ਜੀ ਕੁਛ ਮਾੜੇ ਹਾਲਾਤਾਂ 'ਚ ਹੋ ਗਏ, ਉਹਨਾਂ ਨੂੰ ਹੈ ਨਾ ਕੋਈ ਪ੍ਰੋਬਲਮਸ ਹੋ ਗਈ ਓਲਡ ਏਜ ਦੇ ਵਿੱਚ, ਉਹ ਡਿੱਗ ਗਏ, ਉਹਨਾਂ ਦਾ ਮੈਂ ਧਿਆਨ ਰੱਖਣਾ। ਉਦੋਂ ਮੈਂ ਬਹੁਤ ਟੁੱਟਿਆ, ਮੈਨੂੰ ਸਮਝ ਨਹੀਂ ਆਇਆ, ਮੈਨੂੰ ਐਂ ਲੱਗਿਆ ਉਹ ਮੇਰੀ ਵਜ੍ਹਾ ਨਾਲ ਡਿੱਗ ਗਏ, ਕਿਉਂਕਿ ਮੈਂ ਕਿਤੋਂ ਚਲੇ ਗਿਆ ਸੀ, ਘਰੋਂ ਕਿਤੇ ਚਲਾ ਗਿਆ ਸੀ, ਪਿੱਛੋਂ ਕੁਛ ਹੋ ਗਿਆ ਅਤੇ ਉਹ ਡਿੱਗ ਗਏ। ਮੈਨੂੰ ਐਂ ਲੱਗਿਆ, ਮੈਂ ਆਪਦੇ ਆਪ ਨੂੰ ਹਮੇਸ਼ਾ ਰਿਗਰੈਟ ਦਿੰਦਾ ਰਿਹਾ, ਡਾਊਟ ਦਿੰਦਾ ਰਿਹਾ, ਮੇਰੀ ਵਜ੍ਹਾ ਨਾਲ ਹੋਇਆ, ਮੇਰੀ ਵਜ੍ਹਾ ਨਾਲ, ਚੰਗੇ ਭਲੇ ਚੱਲਦੇ ਫਿਰਦੇ ਸੀਗੇ। ਅਤੇ ਉਸ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਨੂੰ ਮੈਂ ਜਦੋਂ ਸੰਭਾਲਿਆ, ਉਦੋਂ ਮੇਰੀ ਬਹੁਤ ਗਰੋਥ ਹੋਈ ਜ਼ਿੰਦਗੀ ਦੇ ਵਿੱਚ। ਫਿਰ ਚਲੋ ਪੈਂਡੇਮਿਕ ਦੇ ਵਿੱਚ ਹੀ ਪਾਸਡ ਅਵੇ, ਐਂਡ ਮੈਂ ਬਹੁਤ ਕਲੋਜ਼ ਸੀਗਾ ਉਹਨਾਂ ਦੇ। ਉਹ ਮੇਰੇ ਭਰਾ ਮੇਰਾ ਯਾਰ ਸੀਗਾ, ਜਿਵੇਂ ਮੇਰੇ ਗ੍ਰੈਂਡਫਾਦਰ ਉਹ ਮੇਰਾ ਯਾਰ ਸੀਗਾ, ਉਹ ਮੇਰੇ ਭਰਾ ਸੀਗੇ, ਉਹ ਮੇਰੇ ਗ੍ਰੈਂਡਫਾਦਰ ਸੀਗੇ, ਉਹ ਮੇਰਾ ਸਭ ਕੁਝ ਸੀਗੇ। ਐਂਡ ਆਫਟਰ ਹੀ ਪਾਸਡ ਅਵੇ ਆਈ ਆਲਸੋ ਚੇਂਜਡ ਮਾਈ ਨੇਮ। ਮੇਰਾ ਨਾਮ ਵਿਸ਼ਾਲ ਕਪੂਰ ਹੈ, ਮੈਂ ਵਿਸ਼ਾਲ ਰਾਜ ਕਪੂਰ ਆਪਣਾ ਨਾਮ ਕਰ ਲਿਆ। ਐਂਡ ਦੈਟਸ ਵਾਈ ਆਈ ਫੀਲ ਕਿ ਉਹ ਮੇਰੇ ਨਾਲ ਹੀ ਨੇ ਹਮੇਸ਼ਾ। ਫਿਰ ਪੈਂਡੇਮਿਕ ਤੋਂ ਬਾਅਦ ਮੈਂ ਸੋਚਿਆ ਕਿ ਯਾਰ ਹੁਣ ਕੀ ਕਰਨਾ, ਹੁਣ ਹੈ ਹੀ ਨਹੀਂ ਹੱਥ 'ਚ ਕੁਝ, ਅੱਗੇ ਕੀ ਕਰਨਾ। ਅੱਗੇ ਫਿਰ ਮੈਂ ਸੋਚਿਆ ਸੀ ਦੇਖਦੇ ਹਾਂ ਦਿੱਲੀ ਬੰਬੇ ਨਿਕਲਦੇ ਹਾਂ ਯਾਰ, ਕਿਉਂਕਿ ਲੋਕ ਮੈਨੂੰ ਕਹਿੰਦੇ ਸੀ ਤੂੰ ਅਲੱਗ ਚੀਜ਼ ਹੈ, ਤੂੰ ਇੱਥੇ ਵਾਸਤੇ ਨਹੀਂ ਬਣਿਆ, ਤੂੰ ਘੈਂਟ ਚੀਜ਼ ਵਾਸਤੇ ਬਣਿਆ, ਉੱਤੋਂ ਤੇਰੇ ਨਾਂ ਦੇ ਪਿੱਛੇ ਕਪੂਰ ਵੀ ਲੱਗਦਾ। ਅਤੇ ਫਿਰ ਐਂ ਹੋਇਆ ਕਿ ਮੈਂ ਸੋਚੀ ਜਾਵਾਂ ਕਰਨਾ ਕੀ ਹੈ, ਹੁਣ ਮੈਨੂੰ ਕੀ ਕੰਮ ਮਿਲੂਗਾ, ਮੈਂ ਕੀ ਕਰੂੰਗਾ। ਮੈਂ ਤਾਂ ਪੰਜਾਬ 'ਚ ਕੰਮ ਕੀਤਾ, ਉਹ ਗੱਲ ਹੋ ਰਿਹਾ, ਮੇਰੀ ਹਿੰਦੀ ਵੀ ਠੀਕ ਹੈ, ਇੰਗਲਿਸ਼ ਵੀ ਓਕੇ ਹੈ। ਅਤੇ ਮੈਂ ਫਿਰ ਆਡੀਸ਼ਨ ਦਿੱਤੇ ਮਿਰਚੀ 'ਤੇ,
ਹੈ ਨਾ। ਅਤੇ ਮਿਰਚੀ 'ਤੇ ਜਦੋਂ ਮੈਂ ਆਡੀਸ਼ਨ ਦਿੱਤੇ ਕਾਫੀ ਜਾਣਿਆਂ ਦੇ ਵਿੱਚੋਂ ਮੈਂ ਸਿਲੈਕਟ ਹੋ ਗਿਆ। ਕਈ ਐਂਟਰੀਜ਼ ਆਈਆਂ, ਕਈ ਲੋਕ ਆਏ ਉੱਥੇ ਵੱਡੇ ਵੱਡੇ ਮੇਰੇ ਤੋਂ ਜਿਨ੍ਹਾਂ ਦੀ ਵਧੀਆ ਫੋਲੋਇੰਗ ਹੈ ਇੰਸਟਾਗ੍ਰਾਮ 'ਤੇ, ਵਧੀਆ ਫੋਲੋਇੰਗ ਹੈ ਸੋਸ਼ਲ ਮੀਡੀਆ 'ਤੇ, ਉਹ ਲੋਕ ਆਏ, ਉਹਨਾਂ ਵਿੱਚੋਂ ਮੈਂ ਸਿਲੈਕਟ ਹੋ ਗਿਆ। ਫਿਰ ਮੈਨੂੰ ਲੋਕਾਂ ਨੇ ਦੱਸਿਆ ਕਿ ਯਾਰ ਇਹ ਬਹੁਤ ਵੱਡੀ ਚੀਜ਼ ਹੈ ਨਾ। ਲੋਕ ਆਸ-ਪਾਸ ਦੇ ਕਿੰਨੇ ਕਿੰਨੇ ਸ਼ਹਿਰਾਂ 'ਚੋਂ ਆਏ ਆ ਚੱਲ ਕੇ, ਬਠਿੰਡਾ ਤੋਂ, ਹਿਮਾਚਲ ਤੋਂ, ਉੱਤਰਾਖੰਡ ਤੋਂ, ਦਿੱਲੀ ਤੋਂ ਆਰਜੇ ਬਣਨ ਵਾਸਤੇ, ਉਹ ਨਹੀਂ ਹੋਏ, ਤੂੰ ਹੋ ਗਿਆ। ਫਿਰ ਮੇਰਾ ਉੱਥੇ ਇੱਕ ਪਲਾਨ ਸੀਗਾ, ਮੈਨੂੰ ਐਂ ਸੀਗਾ ਕਿ ਰੇਡੀਓ ਜਿਹੜਾ ਹੋ ਗਿਆ ਨਾ ਉਹ ਚੇਂਜ ਕਰਨਾ, ਕੁਛ ਅਲੱਗ ਕਰਨਾ, ਕਿਉਂਕਿ ਮੇਰੀ ਵਾਈਬ ਥੋੜ੍ਹੀ ਅਲੱਗ ਹੈ। ਮੈਂ ਉੱਥੇ ਫਿਰ ਥੋੜ੍ਹਾ ਜਿਹਾ ਰੈਪ ਕੀਤਾ, ਜਿੱਦਾਂ ਕਿ ਮੈਂ ਤੁਹਾਨੂੰ ਸੁਣਾਇਆ ਆਪਣਾ ਰੈਪ। ਮੈਂ ਸੋਚਿਆ ਰੇਡੀਓ ਦਾ ਸੀਨ ਚੇਂਜ ਕਰਨਾ। ਤਾਂ ਕੀ ਹੋਇਆ, ਕੁਛ 5-6 ਮਹੀਨੇ ਬਾਅਦ ਮੈਨੂੰ ਕਾਲ ਆਇਆ ਇੱਕ ਮੈਮ ਦਾ, ਕਹਿੰਦੇ ਮੈਂ ਤੈਨੂੰ ਬਹੁਤ ਟਾਈਮ ਦਾ ਸੁਣ ਰਹੀ ਹਾਂ ਐਂਡ ਮੈਂ ਇੱਕ ਆਰਜੇ ਨੂੰ ਸੁਣਿਆ ਕਰਦੀ ਸੀ ਪਿਛਲੇ 5 ਸਾਲ ਤੋਂ, ਹੁਣ ਮੈਂ ਉਹਨੂੰ ਨਹੀਂ ਸੁਣਦੀ, ਮੈਂ ਤੈਨੂੰ ਸੁਣਦੀ ਹਾਂ। ਅੱਜ ਮੈਂ ਕਾਲ ਕੀਤਾ ਸਿਰਫ ਆਹ ਦੱਸਣ ਵਾਸਤੇ ਕਿ ਤੂੰ ਰੇਡੀਓ ਦਾ ਸੀਨ ਚੇਂਜ ਕਰਤਾ ਹੈ। ਉਹ ਇੱਕ ਅਚੀਵਮੈਂਟ ਸੀਗੀ ਮੇਰੀ, ਉਹ ਸੀਗਾ ਕਿ ਵਾਓ, ਇਹ ਤਾਂ ਮੈਂ ਸੁਣਨਾ ਚਾਹੁੰਦਾ ਸੀ, ਇਹ ਤਾਂ ਉਹ ਚੀਜ਼ ਸੀਗੀ ਜਿਹੜੀ ਜ਼ਿੰਦਗੀ 'ਚ ਮੈਂ ਚਾਹੁੰਦਾ ਸੀ ਹੋਵੇ, ਐਂਡ ਉਹ ਹੋਈ। ਮੈਨੂੰ ਬਹੁਤ ਵਧੀਆ ਲੱਗਾ। ਮੈਨੂੰ ਐਂ ਲੱਗਾ ਕਿ ਜੋ ਇੱਕ ਮੈਂ ਸੀਨ ਚੇਂਜ ਕਰਨਾ ਚਾਹੁੰਦਾ ਸੀ ਉਹ ਮੈਂ ਕਰਤਾ, ਜਿਹੜੀ ਗੇਮ ਜੀ ਪਾਣੀ ਸੀ ਉਹ ਮੈਂ ਕੀਤੀ, ਵਧੀਆ ਲੱਗਾ। ਹੁਣ ਕੀ ਹੋਇਆ, ਫਾਈਨਲੀ ਕੁਛ ਟਾਈਮ ਪਹਿਲੇ ਮੰਮੀ ਪਾਪਾ ਮੇਰੇ ਇਕੱਠੇ ਹੋ ਗਏ, ਚਲੋ ਥੋੜ੍ਹਾ ਸੀਨ ਸੈੱਟ ਹੋ ਗਿਆ, ਹੈ ਨਾ। ਇੰਨਾ ਔਖਾ ਪੀਰੀਅਡ ਮੈਂ ਲਾਈਫ 'ਚ ਕਦੇ ਵੀ ਨਹੀਂ ਦੇਖਿਆ, ਮੈਂ ਕਦੇ ਵੀ ਨਹੀਂ ਦੇਖਿਆ। ਹੁਣ ਮੈਂ ਸੈੱਟ ਹੋਣ ਦੀ ਕੋਸ਼ਿਸ਼ ਕਰ ਰਿਹਾ ਲਾਈਫ ਦੇ ਵਿੱਚ ਵਾਪਸ। ਆਮ ਕਮਿੰਗ ਬੈਕ ਟੂ ਦ ਨੋਰਮਲ ਮੀ। ਆਪਦਿਆਂ ਤੋਂ ਥੋੜ੍ਹਾ ਧੋਖਾ ਮਿਲ ਜਾਣਾ, ਹੈ ਨਾ, ਇੰਨਾ ਸੌਖਾ ਮਿਲ ਜਾਣਾ, ਅਤੇ ਉਹ ਨਹੀਂ, ਉਮੀਦ ਨਹੀਂ ਸੀਗੀ ਐਂ ਹੋਊਗਾ। ਮੈਨੂੰ ਨਹੀਂ ਉਮੀਦ ਸੀ। ਮੈਂ ਹਮੇਸ਼ਾ ਚੜ੍ਹਦੀ ਕਲਾ 'ਚ ਹੀ ਰਿਹਾ। ਠੀਕ ਹੈ, ਪ੍ਰੋਬਲਮਸ ਬਹੁਤ ਆਈਆਂ ਕਿਉਂਕਿ ਸ਼ੁਰੂ ਤੋਂ ਬਹੁਤ ਪ੍ਰੋਬਲਮਸ ਦੇਖੀਆਂ, ਸ਼ੁਰੂ ਤੋਂ ਇੰਨਾ ਕੁ ਮਤਲਬ ਪ੍ਰੋਬਲਮ ਦੇਖੀਆਂ, ਹੈ ਨਾ। ਫੈਮਿਲੀ ਨੂੰ ਲੈ ਕੇ, ਆਪਣੇ ਆਪ ਨੂੰ ਲੈ ਕੇ, ਆਈਡੈਂਟੀਟੀ ਨੂੰ ਲੈ ਕੇ, ਕੰਮ ਨੂੰ ਲੈ ਕੇ, ਆਰਟਿਸਟਿਕ ਸਕਿੱਲਸ ਨੂੰ ਲੈ ਕੇ, ਆਰਟਿਸਟ ਨੂੰ ਲੈ ਕੇ, ਕਰਨਾ ਕੀ ਹੈ ਲਾਈਫ 'ਚ ਉਹਨੂੰ ਲੈ ਕੇ ਅੱਜ ਤੱਕ ਉਹ ਚੱਲ ਰਹੀਆਂ। ਅਤੇ ਪਰ ਉਹ ਮੇਰੀ ਇਸ ਕਰਕੇ ਠੀਕ ਰਹਿੰਦੀ ਹੈ ਕਿਉਂਕਿ ਬਹੁਤ ਲੋਕਾਂ ਨੂੰ ਜ਼ਿੰਦਗੀ 'ਚ ਨਹੀਂ ਪਤਾ ਉਹ ਕੀ ਕਰ ਰਹੇ ਆ, ਬਟ ਇਟ ਇਜ਼ ਓਕੇ। ਗੱਲ ਉਹੀ ਹੈ ਕਿ ਜੇ ਤੁਹਾਨੂੰ ਨਹੀਂ ਪਤਾ ਤੁਸੀਂ ਕਿੱਥੇ ਜਾ ਰਹੇ ਹੋ, ਤੁਹਾਨੂੰ ਜ਼ਿੰਦਗੀ ਕਿਤੇ ਨਾ ਕਿਤੇ ਆਪੇ ਉੱਥੇ ਲੈ ਜਾਊਗੀ। ਦੈਟ ਰੋਡ ਵਿਲ ਕਮ ਟੂ ਯੂ, ਜਸਟ ਕੀਪ ਵਾਕਿੰਗ, ਹੈ ਨਾ। ਐਂਡ ਉਹਦੇ ਚੱਲਦੇ ਕੀ ਹੋਇਆ, ਮੈਂ ਸ਼ੋਅ ਕਰਨ ਆਉਂਦਾ ਸੀਗਾ ਹਮੇਸ਼ਾ, ਤੁਹਾਨੂੰ ਮੈਂ ਦੱਸਿਆ ਪ੍ਰੋਬਲਮਸ 'ਚ ਵੀ ਆ ਜਾਂਦਾ ਸੀ, ਪਰ ਇਸ ਚੀਜ਼ ਨੇ ਮੈਨੂੰ ਬਹੁਤ ਤੋੜਿਆ। ਮੈਂ ਇੰਨਾ ਕਦੇ ਨਹੀਂ ਟੁੱਟਿਆ, ਮੇਰੇ ਤੋਂ ਕੰਮ ਹੀ ਨਹੀਂ ਹੋਇਆ, ਮੇਰਾ ਸ਼ੋਅ ਹੀ ਨਹੀਂ ਹੋਇਆ। ਮੈਂ ਆਉਂਦਾ ਸੀ, ਫਟਾਫਟ ਕਰਦਾ ਸੀ, ਮੈਂ ਸੌਂਦਾ ਸੀ 1.5 ਘੰਟਾ, ਮੈਂ ਫੇਰ ਉੱਠਦਾ ਸੀ। ਮੇਰੇ ਨਾਲ ਇੰਨਾ ਕਦੇ ਹੋਇਆ ਨਹੀਂ, 2-3 4-5 ਦਿਨ ਤੋਂ ਜ਼ਿਆਦਾ ਕੋਈ ਮੁਸੀਬਤ ਸਿਰ 'ਤੇ ਰਹੀ ਹੋਵੇ, ਮੈਂ ਇੰਨੀ ਟੈਨਸ਼ਨ ਨਹੀਂ ਲਿੱਤੀ। ਇਹ ਪਹਿਲੀ ਵਾਰੀ ਹੋਇਆ ਲਾਈਫ ਦੇ ਵਿੱਚ 5-6 ਮਹੀਨੇ ਲਗਾਤਾਰ ਸਵੇਰੇ ਸ਼ਾਮ ਉੱਠਦੇ ਬੈਠਦੇ, ਇੱਕ ਸੈਕਿੰਡ, ਇੱਕ ਮਿੰਟ ਮੈਂ ਉਹੀ ਸੋਚਦਾ ਰਿਹਾ। ਮੈਂ ਰੋਜ਼ ਸਵੇਰੇ ਮੈਂ ਉੱਠਦਾ ਸੀ, ਮੈਂ ਸੋਚਦਾ ਸੀ, ਮੈਂ ਆਹੀ ਸੋਚੀ ਜਾਂਦਾ, ਮੈਂ ਨਿਕਲ ਹੀ ਨਹੀਂ ਪਾ ਰਿਹਾ, ਮੈਂ ਕਿਉਂ ਨਹੀਂ ਨਿਕਲ ਰਿਹਾ, ਕੀ ਪ੍ਰੋਬਲਮ ਹੋ ਗਈ। ਮੈਨੂੰ ਬਹੁਤ ਤੋੜਿਆ ਇਸ ਚੀਜ਼ ਨੇ, ਮੈਨੂੰ ਬਹੁਤ ਤੋੜਿਆ। ਮੈਂ ਇੰਨਾ ਜ਼ਿੰਦਗੀ 'ਚ ਨਹੀਂ ਟੁੱਟਿਆ ਕਦੇ। ਅਤੇ ਮੈਂ ਫਿਰ ਵੀ ਮੈਨੂੰ ਲੱਗਦਾ ਹੀ ਨਹੀਂ ਸੀ, ਮੈਂ ਜੀਣਾ ਨਹੀਂ ਚਾਹੁੰਦਾ ਸੀਗਾ। ਤੁਸੀਂ ਆਹ ਦੇਖੋ ਕਿ ਮੈਂ ਸ਼ੋਅ ਕਰਦਾ ਸੀ, ਮੈਂ ਲੋਕਾਂ ਨੂੰ ਹਸਾਉਂਦਾ ਸੀ, ਮੈਂ ਜੋਕ ਮਾਰਨੇ, ਮੈਂ ਕੁਝ ਕਰਨਾ ਰੇਡੀਓ 'ਤੇ, ਲੋਕਾਂ ਨੇ ਹੱਸਣਾ, ਉਹਨਾਂ ਨੂੰ ਪਤਾ ਹੀ ਨਹੀਂ ਮੇਰੀ ਲਾਈਫ 'ਚ ਕੀ ਚੱਲ ਰਿਹਾ। ਉਹ ਇੱਕ 1.5 ਮਿੰਟ ਦਾ ਮੂਮੈਂਟ ਹੈ, ਮੈਂ ਬੋਲਣਾ 1.5 ਮਿੰਟ, ਜਿਹੜਾ ਉਹ ਇੰਨਾ ਕੁ ਕੋਸ਼ਿਸ਼ ਕਰਨੀ ਕਿ ਫਨੀ ਹੋਵੇ, ਐਂ ਹੋਵੇ, ਉਹ ਹੋਵੇ, ਇੰਟਰਸਟਿੰਗ ਹੋਵੇ। 1.5 ਮਿੰਟ ਤੋਂ ਬਾਅਦ ਮੈਂ ਫਿਰ ਡਿਪਰੈਸਡ, ਮੇਰਾ ਜੀਅ ਨਹੀਂ ਕਰਦਾ ਸੀ ਬੋਲਣ ਦਾ। ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਮੈਨੂੰ ਕੱਢ ਦਿਓ, ਮੇਰੇ ਤੋਂ ਹੋ ਹੀ ਨਹੀਂ ਰਿਹਾ, ਮੈਂ ਕਰ ਹੀ ਨਹੀਂ ਸਕਦਾ, ਮੇਰੇ ਹੱਥ ਜੁੜੇ, ਮੈਨੂੰ ਕੱਢ ਦਿਓ। ਅਤੇ ਉਹ ਕਹਿੰਦੇ ਨਹੀਂ। ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ, ਮੇਰੇ ਆਫਿਸ ਨੇ, ਮੇਰੇ ਲੋਕਾਂ ਨੇ ਬਹੁਤ ਸਾਥ ਦਿੱਤਾ, ਔਖੇ ਸੌਖੇ। ਮੈਂ ਛੁੱਟੀਆਂ ਵੀ ਲਿੱਤੀਆਂ, ਮੈਂ ਫਿਰ ਵਾਪਸ ਆਇਆ, ਮੈਂ ਫਿਰ ਛੁੱਟੀਆਂ ਲਿੱਤੀਆਂ, ਮੈਂ ਫਿਰ ਵਾਪਸ ਆਇਆ। ਮੈਨੂੰ ਐਂ ਲੱਗਦਾ ਸੀ ਮੈਂ ਨਹੀਂ ਜੀਣਾ ਹੁਣ, ਮੇਰੇ ਤੋਂ ਹੋਣਾ ਹੀ ਨਹੀਂ, ਮੈਂ ਖਤਮ ਹੈ, ਮੇਰੇ ਤੋਂ ਮਤਲਬ ਮੈਂ ਇੰਨਾ ਕੁ ਥੱਲੇ ਚਲਾ ਗਿਆ। ਇਸ ਤੋਂ ਉਹੀ ਗੱਲ ਹੈ, ਜਦੋਂ ਤੁਸੀਂ ਬਹੁਤ ਡਾਊਨ ਚੱਲ ਜਾਂਦੇ ਹੋ, ਤੁਹਾਨੂੰ ਲੱਗਦਾ ਸ਼ਾਇਦ ਇਸ ਤੋਂ ਥੱਲੇ ਨਹੀਂ ਜਾ ਸਕਦੇ ਤੁਸੀਂ, ਤੁਹਾਨੂੰ ਹੈ ਹੁੰਦਾ ਇਸ ਤੋਂ ਥੱਲੇ ਕੀ ਹੀ ਹੋ ਜਾਊਗਾ, ਹੁਣ ਤਾਂ ਉੱਤੇ ਹੀ ਹੈ। ਅਤੇ ਉਹ ਜਦੋਂ ਤੁਸੀਂ ਰੌਕ ਬਾਟਮ ਟੱਚ ਕਰਦੇ ਹੋ, ਫਿਰ ਤੁਸੀਂ ਉੱਠਣਾ ਹੀ ਉੱਠਣਾ ਹੁੰਦਾ। ਫਿਰ ਮੈਨੂੰ ਐਂ ਹੋਇਆ ਕਿ ਪਤਾ ਨਹੀਂ ਕਿਵੇਂ ਮੈਂ ਸ਼ੋਅ ਕਰਦਾ ਰਿਹਾ ਔਖੇ ਸੌਖੇ, 2-2.5-3 ਮਹੀਨੇ ਲੰਘ ਗਏ। ਉਹ ਫੇਕ ਸਮਾਈਲ ਨਾਲ, ਨਕਾਬ ਪਾ ਕੇ, ਮੁਖੌਟਾ ਪਾ ਕੇ ਮੈਂ ਚੱਲਦਾ ਰਿਹਾ, ਬਿਕੋਜ਼ ਦੈਟ ਇਜ਼ ਵਾਟ ਇਜ਼ ਇੰਪੋਰਟੈਂਟ। ਯੂ ਜਸਟ ਕੀਪ ਵਾਕਿੰਗ, ਐਂਡ ਇੱਕ ਦਿਨ ਉਹ ਆਊਗਾ, ਤੁਸੀਂ ਉੱਠੋਗੇ, ਤੁਸੀਂ ਕਹੋਗੇ ਨਹੀਂ ਚੀਜ਼ਾਂ ਬਦਲ ਰਹੀਆਂ, ਅਤੇ ਚੀਜ਼ਾਂ ਬਦਲ ਗਈਆਂ। ਮੈਂ ਔਖੇ ਸੌਖੇ ਚੱਲਦਾ ਰਿਹਾ, ਮੈਂ ਉਹ ਟਾਈਮ ਨਹੀਂ ਦੇਖਿਆ ਕਦੇ ਕਿ ਮੇਰੇ ਤੋਂ ਸ਼ੋਅ ਹੀ ਨਹੀਂ ਹੋ ਰਿਹਾ। ਮਤਲਬ ਮੈਂ ਕਈਆਂ ਵਾਸਤੇ ਮੇਰੀ ਐਨਰਜੀ ਇੰਸਪੀਰੇਸ਼ਨ ਹੁੰਦੀ ਸੀ ਕਿ ਹੈ ਨਾ, ਇਹਨੂੰ ਬੁਲਾ ਲਾਂਗੇ, ਹੋ ਜਾਊਗਾ ਕੰਮ, ਚੱਕ ਦੂਗਾ। ਮੈਂ ਕਦੇ ਦੇਖਿਆ ਹੀ ਨਹੀਂ, ਮੇਰੇ ਤੋਂ ਹੋਇਆ ਹੀ ਨਹੀਂ, ਮੇਰੇ ਤੋਂ ਕੰਮ ਹੀ ਨਹੀਂ ਹੋਇਆ। ਮੈਂ ਰੋਜ਼ ਸੋਚਦਾ ਸੀ ਮੈਂ ਮਰ ਜਾਵਾਂ, ਕਿਸੇ ਤਰੀਕੇ ਮਰ ਜਾਵਾਂ, ਕੁਛ ਹੋ ਜਾਵੇ। ਮੈਂ ਇੱਕ ਦਿਨ ਗੱਡੀ ਠੋਕਣ ਦੀ ਕੋਸ਼ਿਸ਼ ਕੀਤੀ ਕਿ ਮਰ ਜਾਵਾਂ, ਗੱਡੀ ਠੁੱਕ ਜੇ ਮੇਰੀ, ਹੈ ਨਾ, ਕੁਛ ਹੋ ਜੇ। ਜੀਅ ਨਹੀਂ ਕਰਦਾ ਸੀ। ਬਹੁਤ ਟਾਈਮ ਆ ਰਿਹਾ, ਫਿਰ ਘਰ ਦੇ ਬਹੁਤ ਜ਼ਰੂਰੀ ਹੈ, ਲਾਈਫ ਬਹੁਤ ਜ਼ਰੂਰੀ। ਤੁਸੀਂ ਮਰ ਕੇ ਕੋਈ ਖਾਸ ਫਰਕ ਨਹੀਂ ਪੈਣਾ, ਦੁਨੀਆ 'ਤੇ ਬੜੇ ਆਏ ਬੜੇ ਗਏ, ਪਰ ਇੱਦਾਂ ਹੈ ਕਿ ਤੁਹਾਡੇ ਘਰਦਿਆਂ ਨੂੰ ਫਰਕ ਪੈਣਾ ਅਲਟੀਮੇਟਲੀ। ਉਹਨਾਂ ਦਾ ਚਿਹਰੇ ਜ਼ਰੂਰ ਦੇਖ ਲਿਓ, ਉਹਨਾਂ ਦੇ ਰੋਂਦੇ ਚਿਹਰੇ ਸ਼ਾਇਦ ਤੁਸੀਂ ਵੀ ਨਹੀਂ ਦੇਖ ਪਾਓਗੇ। ਅਤੇ ਔਖੇ ਸੌਖੇ ਕਰਦੇ ਹੌਲੀ ਮੈਂ ਨਿਕਲਿਆ ਇਸ ਚੀਜ਼ 'ਚੋਂ। ਮੈਨੂੰ ਰਿਲਾਈਜ਼ ਹੋਈ ਉਹ ਚੀਜ਼ ਕਿ ਅੱਜ ਰਾਤ ਹੈ ਤਾਂ ਕੱਲ ਸਵੇਰਾ ਜ਼ਰੂਰ ਹੋਗਾ, ਹੈ ਨਾ। ਅੱਜ ਮਾੜਾ ਹੈ ਤਾਂ ਕੱਲ ਤੇਰਾ ਜ਼ਰੂਰ ਹੋਊਗਾ। ਟਾਈਮ ਜ਼ਰੂਰ ਆਉਂਦਾ, ਤੁਸੀਂ ਮਾੜੇ ਟਾਈਮ ਦੇ ਵਿੱਚ ਰੱਬ ਨੂੰ ਵੀ ਕੋਸਣ ਲੱਗ ਜਾਂਦੇ ਹੋ, ਗਾਲਾਂ ਕੱਢਦੇ ਹੋ ਕਿ ਹੈ ਨਾ, ਮੈਂ ਹੀ ਕਿਉਂ ਰੱਬਾ, ਮੇਰੇ ਨਾਲ ਹੀ ਕਿਉਂ। ਬਟ ਹਮੇਸ਼ਾ ਇੱਕ ਗੱਲ ਹੈ,
ਜੇ ਤੁਸੀਂ ਉਹ ਸਰਵਾਈਵ ਕਰ ਗਏ ਨਾ, ਚੰਗਾ ਟਾਈਮ ਜ਼ਰੂਰ ਆਉਂਦਾ ਹੈ, ਕਿਉਂਕਿ ਉਸ ਤੋਂ ਥੱਲੇ ਕੁਝ ਨਹੀਂ ਹੁੰਦਾ, ਤੁਸੀਂ ਉੱਠਦੇ ਹੀ ਉੱਠਦੇ ਹੋ। ਜੇਕਰ ਤੁਹਾਡੀ ਸਟੋਰੀ ਵਿੱਚ ਵੀ ਕਿਸੇ ਨੂੰ ਇਨਸਪਾਇਰ ਕਰਨ ਦਾ ਦਮ ਹੈ ਤੇ ਜੋਸ਼ ਦੇ ਮੰਚ ਤੇ ਆਪਣੀ ਕਹਾਣੀ ਪੇਸ਼ ਕਰਨਾ ਚਾਹੁੰਦੇ ਹੋ ਤਾਂ ਜੋਸ਼ ਟਾਕਸ ਆ ਰਿਹਾ ਤੁਹਾਡੇ ਆਪਣੇ ਸ਼ਹਿਰ ਅੰਮ੍ਰਿਤਸਰ 24-25 ਦਸੰਬਰ ਨੂੰ। ਇਸ QR ਕੋਡ ਨੂੰ ਸਕੈਨ ਕਰੋ ਜਾਂ ਕਮੈਂਟ 'ਚ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ ਤੇ ਪਾਓ ਜੋਸ਼ ਸਪੀਕਰ ਬਣਨ ਦਾ ਮੌਕਾ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।